morning students. Today we do relation between multiplier and marginal propensity to consume. The value of multiplier is in fact determined by the marginal propensity to consume. ਕੀ ਹੈ ਕਿ ਜਿਹੜੀ ਵੈਲਿਊ ਆ ਮਲਟੀਪਲਾਇਰ ਦੀ ਉਹ ਕਿਹਦੇ ਦੁਆਰਾ ਡਿਟਰਮਾਈਨ ਕੀਤੀ ਜਾਂਦੀ ਹੈ? ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਮੀਨਸ MPC ਦੇ ਨਾਲ। ਠੀਕ ਹੈ। The concept of multiplier is based on the fact that one person's expenditure is another person's income। ਜਿਹੜਾ ਮਲਟੀਪਲਾਇਰ ਦਾ ਕੰਸੈਪਟ ਹੈ ਉਹ ਕਿਤੇ ਬੇਸ ਕਰਦਾ ਹੈ ਕਿ ਇੱਕ ਪਰਸਨ ਦਾ ਜੋ ਖਰਚ ਕੀਤਾ ਜਾਂਦਾ, ਇੱਕ ਪਰਸਨ ਦੇ ਦੁਆਰਾ ਜੋ ਐਕਸਪੈਂਡੀਚਰ ਕੀਤਾ ਜਾਂਦਾ ਉਹ ਦੂਜੇ ਪਰਸਨ ਦੀ ਕੀ ਹੁੰਦੀ ਹੈ? ਇਨਕਮ ਹੁੰਦੀ ਹੈ। ਠੀਕ ਹੈ। ਜਿਵੇਂ ਜਿਵੇਂ ਇਨਵੈਸਟਮੈਂਟ ਇਨਕਰੀਜ਼ ਹੁੰਦੀ ਜਾਂਦੀ ਹੈ ਉਵੇਂ ਉਵੇਂ ਇਨਕਮ ਇਨਕਰੀਜ਼ ਹੁੰਦੀ ਜਾਂਦੀ ਹੈ। ਠੀਕ ਹੈ। ਇਨਵੈਸਟਮੈਂਟ ਇਨਕਰੀਜ਼ ਹੋਊਗੀ ਤਾਂ ਇਨਕਮ ਵੀ ਕੀ ਹੁੰਦੀ ਜਾਂਦੀ ਹੈ? ਇਨਕਰੀਜ਼ ਹੁੰਦੀ ਜਾਂਦੀ ਹੈ। ਪੀਪਲ ਜਿਹੜੇ ਨੇ ਆਪਣੀ ਇਨਕਮ ਦਾ ਜਿਹੜਾ ਪਾਰਟ ਸਪੈਂਡ ਕਰਦੇ ਨੇ, ਠੀਕ ਹੈ, ਕੰਜ਼ੰਪਸ਼ਨ ਕਰਨ ਦੇ ਲਈ, ਅਤੇ ਬਾਕੀ ਪਾਰਟ ਨੂੰ ਕੀ ਕਰ ਲੈਂਦੇ ਨੇ? ਸੇਵ ਕਰ ਲੈਂਦੇ ਨੇ। ਠੀਕ ਹੈ। ਤਾਂ ਜਿਹੜੀ ਉਹਨਾਂ ਦੀ ਕੰਜ਼ੰਪਸ਼ਨ ਹੈ, ਸਪੈਂਡ ਕਰਦੇ ਨੇ, ਇਨਕਮ ਆਪਣੀ ਸਪੈਂਡ ਕਰਦੇ ਨੇ ਕੰਜ਼ੰਪਸ਼ਨ 'ਤੇ, ਤਾਂ ਉਹ ਕਿਤੇ ਡਿਪੈਂਡ ਕਰਦੀ ਹੈ? MPC 'ਤੇ। ਠੀਕ ਹੈ। ਪੀਪਲ ਕੀ ਕਰਦੇ ਨੇ? ਆਪਣੀ ਇਨਕਮ ਦੇ ਵਿੱਚੋਂ ਕੁਛ ਕੰਜ਼ੰਪਸ਼ਨ ਕਰ ਲੈਂਦੇ ਨੇ, ਕੁਛ ਸੇਵ ਕਰ ਲੈਂਦੇ। ਜੇ ਉਹ ਕੰਜ਼ੰਪਸ਼ਨ ਕਰਦੇ ਨੇ ਉਹ ਕਿਤੇ ਡਿਪੈਂਡ ਕਰਦੀ ਹੈ? MPC, ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਉਹਨਾਂ ਦੀ ਉਪਭੋਗ ਕਰਨ ਦੀ ਸਮਰੱਥਾ ਕਿੰਨੀ ਹੈ। If MPC is higher, ਜੇ MPC ज़्यादा है तो people will spend large proportion of their income और increased income on consumption। ठीक है। तो वैल्यू ऑफ मल्टीप्लायर की होगा? हायर। जिमें जिमें MPC ज़्यादा होगी तो मल्टीप्लायर भी ज़्यादा होगा तो लोग ज़्यादा खर्च करेंगे, तो जे MPC लो है तो लोग घट खर्च करेंगे तो उन्होंने MPC भी की होगी? घट होगी। तो MPC और इनकम ਦੇ ਵਿੱਚ ਕਿਹੜਾ ਰਿਲੇਸ਼ਨ ਹੈ? ਡਾਇਰੈਕਟ ਰਿਲੇਸ਼ਨ ਹੈ। ਡਾਇਰੈਕਟ ਰਿਲੇਸ਼ਨ ਬਿਟਵੀਨ MPC ਐਂਡ ਦਾ ਵੈਲਿਊ ਆਫ ਮਲਟੀਪਲਾਇਰ। ਮਲਟੀਪਲਾਇਰ ਦੇ ਵਿੱਚ ਔਰ MPC ਦੇ ਵਿੱਚ ਕੀ ਆ? ਡਾਇਰੈਕਟ ਰਿਲੇਸ਼ਨ ਹੈ। ਆਪਾਂ ਇਨਕਮ ਦੇ ਵਿੱਚ ਵੀ ਕਹਿ ਸਕਦੇ ਹਾਂ, ਕਿਉਂਕਿ ਜਿਹੜੀ ਇਨਕਮ ਹੈ, ਇਨਕਮ ਦੇ ਵਿੱਚ ਹੋਣ ਵਾਲੇ ਵਾਧੇ ਨੂੰ ਵੀ ਕਿੰਨੇ ਗੁਣਾ ਵਾਧਾ ਉਹੀ ਮਲਟੀਪਲਾਇਰ ਹੁੰਦਾ ਨਾ, ਤਾਂ ਇਸ ਕਰਕੇ ਆਪਾਂ ਕੀ ਕਹਿ ਦਾਂਗੇ ਕਿ MPC ਔਰ ਮਲਟੀਪਲਾਇਰ ਦੇ ਵਿੱਚ ਡਾਇਰੈਕਟ ਰਿਲੇਸ਼ਨ ਹੈ। ਠੀਕ ਹੈ। ਜੇ MPC ਜ਼ਿਆਦਾ ਹੋਊਗੀ ਤਾਂ ਮਲਟੀਪਲਾਇਰ ਵੀ ਜ਼ਿਆਦਾ ਹੋਊਗਾ, ਜੇ MPC ਘੱਟ ਹੋਊਗੀ ਤਾਂ ਮਲਟੀਪਲਾਇਰ ਵੀ ਕੀ ਹੋਊਗਾ? ਘੱਟ ਹੋਊਗਾ। ਠੀਕ ਹੈ। ਨੈਕਸਟ ਰਿਲੇਸ਼ਨ ਜਿਹੜਾ ਅਲਜੈਬਰਿਕ ਰਿਲੇਸ਼ਨ ਹੈ ਬਿਟਵੀਨ ਮਲਟੀਪਲਾਇਰ ਐਂਡ MPC। ਅਲਜੈਬਰਿਕ ਰਿਲੇਸ਼ਨ ਬਿਟਵੀਨ ਮਲਟੀਪਲਾਇਰ ਐਂਡ MPC K ਐਂਡ MPC ਦੇ ਵਿੱਚ ਕੀ ਰਿਲੇਸ਼ਨ ਹੈ? ਠੀਕ ਹੈ। ਆਪਾਂ ਨੂੰ ਪਤਾ ਹੈ K ਕੀ ਹੈ, ਕਿਤੇ ਡਿਪੈਂਡ ਕਰਦਾ? MPC 'ਤੇ। MPC ਘੱਟ ਹੈ ਜਾਂ ਵੱਧ ਹੈ ਉਸ ਅਕੋਰਡਿੰਗ ਆਪਣਾ K ਵੀ ਵੱਧਦਾ ਜਾਂ ਘੱਟਦਾ ਹੈ। ਨੈਕਸਟ ਆਪਣੀ ਜੋ ਇਨਕਮ ਹੁੰਦੀ ਆ ਉਹ ਉਹ 'ਚੋਂ ਕੀ ਕਰਦੇ ਹਾਂ ਆਪਾਂ? ਇੱਕ ਕੰਜ਼ੰਪਸ਼ਨ ਕਰ ਲੈਂਦੇ ਹਾਂ, ਦੂਸਰਾ ਕੀ ਕਰ ਲੈਂਦੇ ਹਾਂ? ਇਨਵੈਸਟ ਕਰ ਲੈਂਦੇ ਹਾਂ। ਠੀਕ ਹੈ। ਕੰਜ਼ੰਪਸ਼ਨ ਇਨਕਮ ਨੂੰ ਕੀ ਕਰਦੇ ਹਾਂ? ਕੰਜ਼ੰਪਸ਼ਨ ਵੀ ਅਤੇ ਇਨਵੈਸਟਮੈਂਟ ਵੀ। ਜੇ ਇਨਕਮ 'ਚ ਚੇਂਜ ਹੋਊਗਾ ਤਾਂ ਕੰਜ਼ੰਪਸ਼ਨ 'ਚ ਵੀ ਚੇਂਜ ਹੋਊਗਾ ਅਤੇ ਇਨਕਮ 'ਚ ਵੀ ਚੇਂਜ, ਇਨਵੈਸਟਮੈਂਟ 'ਚ ਵੀ ਚੇਂਜ ਹੋਊਗਾ। ਠੀਕ ਹੈ। ਤਾਂ ਇਨਕਮ C+I, ਚੇਂਜ ਇਨ Y ਇਕੁਅਲਸ ਟੂ ਚੇਂਜ ਇਨ C ਐਂਡ ਚੇਂਜ ਇਨ I, ਕਿਉਂਕਿ ਇਨਕਮ 'ਚ ਚੇਂਜ ਹੋਣ ਦੇ ਨਾਲ ਕੰਜ਼ੰਪਸ਼ਨ ਵੀ ਚੇਂਜ ਹੋਈ ਅਤੇ ਇਨਵੈਸਟਮੈਂਟ ਵੀ ਚੇਂਜ ਹੋ ਗਈ। ਹੁਣ ਕੀ ਕੀਤਾ ਆਪਾਂ? ਦੋਨੋਂ ਸਾਈਡ 'ਤੇ ਡਿਵਾਈਡਿੰਗ ਕੀਤਾ ਚੇਂਜ ਇਨ Y ਦੇ ਨਾਲ। ਚੇਂਜ ਇਨ Y, ਚੇਂਜ ਇਨ Y, ਚੇਂਜ ਇਨ Y, ਇੱਧਰ ਕੈਂਸਲ ਹੋ ਕੇ 1 ਆ ਗਿਆ। ਆਪਾਂ ਨੂੰ ਪਤਾ ਕਿਹਦੇ ਇਕੁਅਲ ਹੁੰਦਾ? MPC ਦਾ ਕੀ ਫਾਰਮੂਲਾ ਹੁੰਦਾ? ਚੇਂਜ ਇਨ C ਅਪੋਨ ਚੇਂਜ ਇਨ Y। K ਕਿਹਦੇ ਇਕੁਅਲ ਹੁੰਦਾ? ਚੇਂਜ ਇਨ Y ਅਪੋਨ ਚੇਂਜ ਇਨ I। ਠੀਕ ਹੈ। K ਕਿਹਦੇ ਇਕੁਅਲ ਹੈ? ਚੇਂਜ ਇਨ Y ਅਪੋਨ ਚੇਂਜ ਇਨ I ਦੇ। ਤਾਂ ਆ ਤਾਂ ਆਪਾਂ ਨੂੰ ਪਤਾ ਹੈ ਕਿ ਚੇਂਜ ਇਨ C ਅਪੋਨ ਚੇਂਜ ਇਨ Y ਕਿਹਦੇ ਇਕੁਅਲ ਆ ਗਿਆ? MPC ਦੇ। ਬਟ ਚੇਂਜ ਇਨ I ਅਪੋਨ ਚੇਂਜ ਇਨ Y, ਹੁਣ ਜੇ ਆਪਾਂ ਇਹਨੂੰ ਉਲਟਾ ਦਈਏ ਚੇਂਜ ਇਨ I ਅਪੋਨ, ਤਾਂ ਇਹ ਵੀ ਉਲਟ ਜੂਗਾ, 1 ਅਪੋਨ ਕੀ ਆ ਜੂਗਾ ਨਾ। ਅਤੇ ਇੱਥੇ ਕੀ ਲਿਖਤਾ ਵਾ? ਚੇਂਜ ਇਨ I ਅਪੋਨ ਚੇਂਜ ਇਨ Y ਇਕੁਅਲਸ ਟੂ 1 ਅਪੋਨ K ਪਲੱਸ 1 ਅਪੋਨ ਕੀ ਆ ਗਿਆ। ਹੁਣ ਕੀ ਕੀਤਾ? ਆਹ 1 ਨੂੰ ਸੌਰੀ MPC ਨੂੰ ਇੱਧਰ ਲੈ ਗਏ ਆਪਾਂ। ਠੀਕ ਹੈ। ਉਹ 1 ਮਾਈਨਸ MPC ਹੋ ਗਿਆ ਅਤੇ ਇਹਨੂੰ ਐਜ਼ ਇਟ ਲਿਖ ਲਿਆ 1 ਅਪੋਨ K 1 ਮਾਈਨਸ MPC। ਹੁਣ ਜਦੋਂ ਆਪਾਂ ਟੇਕਿੰਗ ਰੈਸੀਪ੍ਰੋਕਲ, ਜਦੋਂ ਇਹਦਾ ਰੈਸੀਪ੍ਰੋਕਲ ਕੀਤਾ, ਠੀਕ ਹੈ, ਰੈਸੀਪ੍ਰੋਕਲ ਕਰਨ ਦੇ ਨਾਲ K ਇਕੁਅਲਸ ਟੂ 1 ਅਪੋਨ 1 ਮਾਈਨਸ MPC, ਤਾਂ ਕੀ ਰਿਲੇਸ਼ਨ ਆ ਗਿਆ ਮਲਟੀਪਲਾਇਰ ਅਤੇ ਉਹਦੇ ਵਿੱਚ? K ਇਕੁਅਲਸ ਟੂ 1 ਅਪੋਨ 1 ਮਾਈਨਸ MPC। ਠੀਕ ਹੈ। ਗੁੱਡ ਮੋਰਨਿੰਗ ਸਟੂਡੈਂਟਸ। ਟੂਡੇ ਵੀ ਡੂ ਸੈਂਟਰਲ ਪ੍ਰੋਬਲਮਸ ਆਫ ਐਨ ਇਕੋਨਮੀ। ਕਿ ਸੈਂਟਰਲ ਪ੍ਰੋਬਲਮ ਕੀ ਨੇ ਇਕੋਨਮੀ ਦੀਆਂ? ਸੈਂਟਰਲ ਪ੍ਰੋਬਲਮ ਜਿਹੜੀਆਂ ਨੇ ਇਕੋਨਮੀ ਦੀਆਂ 3 ਨੇ। ਇੱਕ ਹੈਗੀ ਫਸਟ, ਵਟ ਟੂ ਪ੍ਰੋਡਿਊਸ ਐਂਡ ਹਾਊ ਮਚ ਟੂ ਪ੍ਰੋਡਿਊਸ। ਸੈਕਿੰਡ, ਹਾਊ ਟੂ ਪ੍ਰੋਡਿਊਸ। ਥਰਡ, ਫॉर whom ਟੂ ਪ੍ਰੋਡਿਊਸ। ਫਸਟ ਆਪਾਂ ਕਰਨੀ ਹੈ ਵਟ ਟੂ ਪ੍ਰੋਡਿਊਸ ਐਂਡ ਹਾਊ ਮਚ ਟੂ ਪ੍ਰੋਡਿਊਸ, ਕਿ ਆਪਾਂ ਨੂੰ ਕੀ ਪ੍ਰੋਡਿਊਸ ਕਰਨਾ ਚਾਹੀਦਾ ਅਤੇ ਕਿੰਨੀ ਕੁਆਂਟਿਟੀ 'ਚ ਕਰਨਾ ਚਾਹੀਦਾ। ਠੀਕ ਹੈ।
It is known to everybody that as compared to human wants means or sources are limited, कि जो अपने means ने ਉਹ ਕੀ ਨੇ limited ਨੇ, ਪਰ ਉਹਨਾਂ ਨੂੰ ਪੂਰਾ ਕਰਨ ਦੇ ਸਾਧਨ ਕੀ ਨੇ ਲਿਮਟਿਡ ਨੇ। ਠੀਕ ਹੈ, ਆਪਣੀਆਂ ਜੋ ਵਾਂਟਸ ਨੇ ਅਨਲਿਮਟਿਡ ਨੇ ਔਰ ਉਹਨਾਂ ਨੂੰ ਪੂਰਾ ਕਰਨ ਦੇ ਸਾਧਨ ਕੀ ਨੇ ਲਿਮਟਿਡ ਨੇ। ਤੇ ਉਹਨਾਂ ਜਦੋਂ ਲਿਮਟਿਡ ਮੀਨਸ ਦੇ ਨਾਲ ਆਪਾਂ ਅਨਲਿਮਟਿਡ ਵਾਂਟਸ ਨੂੰ ਪੂਰਾ ਕਰਨਾ ਫੁਲਫਿਲ ਕਰਨਾ ਤਾਂ ਉਹਦੇ ਲਈ ਚੁਆਇਸ ਦੀ ਪ੍ਰੋਬਲਮ ਆਉਂਦੀ ਹੈ ਕਿ ਚੁਆਇਸ ਕੀ ਕਰੀਏ, ਸਾਨੂੰ ਕਿਸ ਟਾਈਪ ਦੀਆਂ ਗੁੱਡਸ ਨੂੰ ਪ੍ਰੋਡਿਊਸ ਕਰਨਾ ਚਾਹੀਦਾ ਹੈ, ਕਿਸ ਟਾਈਪ ਦੀਆਂ ਗੁੱਡਸ ਪ੍ਰੋਡਕਸ਼ਨ ਕਰਨੀ ਚਾਹੀਦੀ ਹੈ, ਜਿੱਦਾਂ कैपिटल गुड्स की प्रोडक्शन करनी चाहिए ਜਾਂ कंज्यूमर गुड्स की प्रोडक्शन करनी चाहिए। ठीक है, ਜਦੋਂ ਤਾਂ ਮੰਨ ਲਓ ਆਪਾਂ ਨੂੰ एग्जांपल ਦੇ तौर ਤੇ ਇਹ ਲੱਗਦਾ ਹੈ ਕਿ क्लोथ वीट घी जो चीज़ां ने इदां ਦੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਆਪਾਂ ਕੰਜ਼ਿਊਮਰ ਗੁੱਡਸ ਦੀ ਪ੍ਰੋਡਕਸ਼ਨ ਕਰਾਂਗੇ। ਜਦੋਂ ਆਪਾਂ ਨੂੰ ਲੱਗਦਾ ਕਿ ਮਸ਼ੀਨਸ ਟਰੈਕਟਰ ਵਗੈਰਾ ਜਿਵੇਂ ਇੱਦਾਂ ਦੀਆਂ ਗੁੱਡਸ ਦੀ ਪ੍ਰੋਡਕਸ਼ਨ ਦੀ ਜ਼ਰੂਰਤ ਹੈ ਤਾਂ ਕੈਪੀਟਲ ਗੁੱਡਸ ਦੀ ਪ੍ਰੋਡਕਸ਼ਨ ਕਰਾਂਗੇ। ਠੀਕ ਹੈ, ਇਟ ਮੀਨਸ ਅਸੀਂ ਜੋ ਪ੍ਰੋਡਕਸ਼ਨ ਕਰਨੀ ਆ ਅਕੋਰਡਿੰਗ ਟੂ ਟਾਈਮ ਦੇਖਾਂਗੇ, ਟਾਈਮ ਕਿੱਦਾਂ ਦਾ ਚੱਲਦਾ ਪਿਆ, ਕਿਸ ਅਕੋਰਡਿੰਗ ਡਿਮਾਂਡ ਚੱਲਦੀ ਪਈ, ਟਾਈਮ ਦੇ ਅਕੋਰਡਿੰਗ ਕਿੱਦਾਂ ਦੀ ਕਿਹੜੀਆਂ ਗੁੱਡਸ ਦੀ ਡਿਮਾਂਡ ਜ਼ਿਆਦਾ ਤਾਂ ਉਸ ਟਾਈਪ ਦੀਆਂ ਗੁੱਡਸ ਦੀ ਪ੍ਰੋਡਕਸ਼ਨ ਕਰਾਂਗੇ। ਸੈਕਿੰਡ ਕੀ ਹੋਊਗਾ ਕਿ ਜਦੋਂ ਆਪਾਂ ਗੁੱਡਸ ਦੇ ਸਬਸਿਸ ਦੀ ਪ੍ਰੋਡਕਸ਼ਨ ਨੂੰ ਡਿਸਾਈਡ ਕਰ ਲਿਆ ਤਾਂ ਉਸ ਤੋਂ ਬਾਅਦ ਕੀ ਹੋ ਜਾਊਗਾ, ਅਸੀਂ ਉਹਨਾਂ ਦੀ ਪ੍ਰੋਡਕਸ਼ਨ ਸਟਾਰਟ ਕਰ ਦਾਂਗੇ। ਕਿਸ ਤਰੀਕੇ ਨਾਲ ਕਿ ਆਪਣੇ ਲਿਮਿਟਿਡ ਰਿਸੋਰਸਿਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰਾਂਗੇ ਤਾਂ ਕਿ ਉਹ ਪ੍ਰੋਡਕਟ ਬਣਾਈਏ ਜਿਹਦੇ ਨਾਲ ਪੀਪਲ ਦੀਆਂ ਅਨਲਿਮਿਟਿਡ ਵਾਂਟਸ ਪੂਰੀਆਂ ਹੋ ਸਕਣ। ਠੀਕ ਹੈ, ਸੈਕਿੰਡ ਹੈਗਾ ਹਾਊ ਟੂ ਪ੍ਰੋਡਿਊਸ। ਹਾਊ ਟੂ ਪ੍ਰੋਡਿਊਸ ਦੇ ਵਿੱਚ ਸੈਕਿੰਡ ਪ੍ਰੋਬਲਮ ਇਹ ਹੈਗੀ ਸੈਂਟਰਲ ਪ੍ਰੋਬਲਮ ਕਿ ਜਿਹੜਾ ਹੁਣ ਅਸੀਂ ਪ੍ਰੋਡਕਸ਼ਨ ਕਰਨੀ ਹੈ ਉਹ ਕਿਸ ਤਰੀਕੇ ਨਾਲ ਕਰੀਏ, ਕਿਵੇਂ ਉਹਦੀ ਪ੍ਰੋਡਕਸ਼ਨ ਕਰੀਏ, ਉਹਦੇ ਲਈ ਕਿਹੜੀ ਟੈਕਨੀਕ ਯੂਜ਼ ਕਰੀਏ, ਲੇਬਰ ਇੰਟੈਂਸਿਵ ਟੈਕਨੀਕ ਜਾਂ ਕੈਪੀਟਲ ਇੰਟੈਂਸਿਵ ਟੈਕਨੀਕ। ਲੇਬਰ ਇੰਟੈਂਸਿਵ ਜਾਂ ਕੈਪੀਟਲ ਇੰਟੈਂਸਿਵ ਟੈਕਨੀਕ ਦੇ ਵਿੱਚੋਂ ਕਿਹੜੀ ਟੈਕਨੀਕ ਯੂਜ਼ ਕਰੀਏ। ਜੇ ਆਪਾਂ ਨੂੰ ਲੱਗਦਾ ਕਿ ਜੋ ਅਸੀਂ ਪ੍ਰੋਡਕਟ ਦੀ ਪ੍ਰੋਡਕਸ਼ਨ ਕਰਨੀ ਹੈ ਉਹਦੇ ਲਈ ਲੇਬਰ ਜ਼ਿਆਦਾ ਚਾਹੀਦੀ ਹੈ, ਕੈਪੀਟਲ ਘੱਟ ਚਾਹੀਦੀ ਹੈ ਤਾਂ ਆਪਾਂ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰਾਂਗੇ ਤਾਂ ਕਿ ਜੋ ਰਿਸੋਰਸਿਸ ਨੇ ਫੁੱਲਰ ਯੂਟੀਲਾਈਜ਼ ਹੋ ਜਾਣ। ਜੇ ਲੱਗਦਾ ਕਿ कैपिटल ज़्यादा चाहिए और वो लेबर घट चाहिए तो आप कैपिटल इंटेंसिव टेक्निक यूज़ करांगे। ठीक है, ताकि रिसोर्सिज फुली यूटिलाइज हो, ऑल रिसोर्सिज फैक्टर ऑफ प्रोडक्शन सारे के सारे फुलर यूटिलाइज हो। ठीक है, नैक्सट थर्ड हैगा फॉर होम टू प्रोड्यूस। जो साडी थर्ड प्रॉब्लम है फॉर होम टू प्रोड्यूस, ये फस्ट प्रॉब्लम के नाल ही स्टार्ट हो जाती है कि जो आप ये सोच लें कि वट टू प्रोड्यूस एंड हाउ मच टू प्रोड्यूस, वो नाल ही भी प्रॉब्लम हो जाती है स्टार्ट कि फॉर होम टू प्रोड्यूस सानू किहदे लई प्रोड्यूस करना, किस उहदे लई प्रोड्यूस करना कि असीं एक्सपोर्ट ज़्यादा करना चाहुंदे हां, प्रॉफिट मैक्सीमाइजेशन वधाउण दे लई करना चाहुंदे हां प्रोडक्शन, जां सोशल वैलफेयर दे लई करना चाहुंदे हां प्रोडक्शन। ठीक है, तो वो साडी इनकम डिस्ट्रीब्यूशन पर डिपेंड करते कि साडी डिस्ट्रीब्यूशन किद्दां हुंदी है कि असीं किस तरीके नाल इनकम की डिस्ट्रीब्यूशन करनी है, प्रॉफिट ज़्यादा तो ज़्यादा रख के करना प्रोडक्शन करनी है, किस मोटिव के लिए प्रोडक्शन करनी है। फिर ये थर्ड प्रॉब्लम क्रिएट होंदी है कि सानू प्रोडक्शन जो करनी है असीं वो किहदे लई करनी है। ठीक है, कि सोशल वैलफेयर दे करन दे लई आपां करनी है जां प्रॉफिट मोटिव दे नाल करनी है, किहड़ा मोटिव होगा साडा प्रोडक्शन करन दा, तो वो थर्ड प्रॉब्लम है फॉर होम टू प्रोड्यूस। ठीक है, नैक्सट सोल्यूशन ऑफ सेंटर प्रॉब्लम्स इन डिफरेंट इकोनॉमीज़। डिफरेंट इकोनॉमीज़ दे विच जो ही सेंटर प्रॉब्लम्स ने वट एंड हाउ मच टू प्रोड्यूस, हाउ टू प्रोड्यूस फॉर होम टू प्रोड्यूस, इन्हां तीनों प्रॉब्लम्स नूं दे सोल्यूशन दे लई डिफरेंट इकोनॉमी किस तरीके नाल सोल्यूशन किया जा सकता है। फस्ट मार्केट इकोनॉमी। मार्केट इकोनॉमी किहड़ी हुंदी है, आपां पिछले प्रीवियस चैप्टर दे विच भी स्टडी कीता सी कि मार्केट इकोनॉमी है जिहड़ी फ्री हुंदी है, गवर्नमेंट की इंटरफेरेंस नहीं हुंदी, जो प्रोड्यूसर ने वो फ्री हुंदे ने अपना ये डिसीजन लैण दे विच कि असीं किहड़ी चीज़ की प्रोडक्शन करनी है, किहड़ी गुड सर्विस की प्रोडक्शन करनी है और किहड़ी दी नहीं करनी। ठीक है, तो ये हुण जो सोल्यूशन करना है कि असी जो मार्केट इकोनॉमी है उहदे च जदों ये तीन प्रॉब्लम्स क्रिएट होणगियां किहड़ियां वट टू प्रोड्यूस एंड हाउ मच टू प्रोड्यूस, हाउ टू प्रोड्यूस फॉर होम टू प्रोड्यूस, तो उहदे लई प्रोड्यूसर्स नूं सब तो पहला ये चूज़ करना पऊगा कि वो किस मोटिव के नाल प्रोडक्शन करना चाहते हैं, प्रॉफिट अर्निंग के मोटिव के नाल जां वो अपने वैलफेयर के मोटिव के नाल करना चाहते हैं। तो सब तो पहला उन्होंने अपना प्रॉफिट जो अर्निंग मोटिव देखना तो वो की देखना कि असी प्राइस मैकेनिज़म देखणगे कि प्राइस किन्नी रखनी है। ठीक है, प्राइस नूं लैके चलणगे तो उहदे लई उन्हां गुड्स नूं ज़्यादा प्रोडक्शन करनगे, उन्हां गुड्स की जिन्हां दी प्राइस ज़्यादा है और उन्हां गुड्स की प्रोडक्शन घट करनगे जिन्हां दी प्राइस घट है। तो वो किहड़ी वो गुड्स ही चूज़ करनगे प्रोडक्शन के लिए जिन्हां दी प्राइस ज़्यादा होगी तो उन्होंने बेच के वध तो वध प्रॉफिट अर्न कर सकणगे। ठीक है,
ਤੇ ਸੈਕਿੰਡ ਹੈਗਾ ਸੈਂਟਰਲ ਪਲੈਨਡ ਇਕੋਨਮੀ। ਸੈਂਟਰਲ ਪਲੈਨਡ ਇਕੋਨਮੀ ਦੇ ਵਿੱਚ ਕਿਹੜੀ ਇਕੋਨਮੀ ਹੁੰਦੀ ਹੈ ਜਿਹਦੇ 'ਚ ਗਵਰਨਮੈਂਟ ਦੀ ਪੂਰੀ ਦਖਲਅੰਦਾਜ਼ੀ ਹੁੰਦੀ ਹੈ। ਗਵਰਨਮੈਂਟ ਹੀ ਡਿਸਾਈਡ ਕਰਦੀ ਹੈ ਕਿ ਕਿਹੜੀਆਂ ਗੁੱਡਸ ਨੂੰ ਪ੍ਰੋਡਿਊਸਰਸ ਪ੍ਰੋਡਿਊਸ ਕਰਨਗੇ, ਕਿਹੜੀਆਂ ਨੂੰ ਨਹੀਂ ਕਰਨਗੇ, ਕਿਹਨਾਂ 'ਤੇ ਰੋਕ ਲਗਾਈ ਜਾਊਗੀ। ਠੀਕ ਹੈ, ਤਾਂ ਇਹ ਸੈਂਟਰਲ ਪਲੈਨਡ ਇਕੋਨਮੀ 'ਚ ਦੱਸਿਆ ਜਾਂਦਾ। ਤਾਂ ਜੋ ਸੈਂਟਰਲ ਪਲੈਨਡ ਇਕੋਨਮੀ ਹੈ ਉਹਦਾ ਮੇਨ ਮੋਟਿਵ, ਜਦੋਂ ਆਪਾਂ ਇਹਦੇ ਵਿੱਚ ਤਿੰਨ ਪ੍ਰੋਬਲਮਸ ਜਿਹੜੀਆਂ ਵਟ ਹੈ, ਹਾਊ ਟੂ ਪ੍ਰੋਡਿਊਸ, ਹਾਊ ਮਚ ਟੂ ਪ੍ਰੋਡਿਊਸ, ਹਾਊ ਟੂ ਪ੍ਰੋਡਿਊਸ, ਇਹਨਾਂ ਨੂੰ ਸੋਲਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸੋਸ਼ਲ ਵੈਲਫੇਅਰ ਦੇਖੀ ਜਾਊਗੀ। ਠੀਕ ਹੈ, ਸੋਸ਼ਲ ਵੈਲਫੇਅਰ ਕਿੰਨੀ ਹੁੰਦੀ ਹੈ ਕਿ ਲੋਕਾਂ ਨੂੰ ਦੀ ਭਲਾਈ ਹੋ ਰਹੀ ਆ, ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਸੋਸ਼ਲ ਵੈਲਫੇਅਰ ਕਰਨ ਦੇ ਨਾਲ। ਇਹ ਚੀਜ਼ਾਂ ਨੂੰ ਮੇਨ ਰੱਖ ਕੇ ਹੀ ਇਸ ਪਲੈਨਡ ਇਕੋਨਮੀ ਦੇ ਵਿੱਚ ਪ੍ਰੋਡਕਸ਼ਨ ਪ੍ਰੋਸੈਸ ਨੂੰ ਸਟਾਰਟ ਕੀਤਾ ਜਾਊਗਾ। ਠੀਕ ਹੈ, ਪ੍ਰੋਡਕਸ਼ਨ ਪ੍ਰੋਸੈਸ ਕੀਤੀ ਜਾਊਗੀ ਤਾਂ ਉਹਦੇ ਵਿੱਚ ਇਹ ਦੇਖਿਆ ਜਾਊ ਕਿ ਸੋਸ਼ਲ ਵੈਲਫੇਅਰ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਠੀਕ ਹੈ, ਤਾਂ ਉਹਦੇ ਲਈ ਸਿਰਫ ਉਹ ਗੁੱਡਸ ਸਰਵਿਸਿਜ਼ ਹੀ ਪ੍ਰੋਡਿਊਸ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਸੋਸ਼ਲ ਵੈਲਫੇਅਰ ਹੋਵੇ, ਉਹਨਾਂ ਦੀ ਹੀ ਸਿਲੈਕਸ਼ਨ ਕੀਤੀ ਜਾਊਗੀ ਅਤੇ ਉਹੀ ਪ੍ਰੋਡਿਊਸ ਕੀਤੀਆਂ ਜਾਣਗੀਆਂ ਅਤੇ ਬਾਕੀ ਚੀਜ਼ਾਂ ਨੂੰ ਇਗਨੋਰ ਕੀਤਾ ਜਾਊਗਾ ਜਿਨ੍ਹਾਂ ਦੇ ਨਾਲ ਸੋਸ਼ਲ ਵੈਲਫੇਅਰ ਨਹੀਂ ਹੋ, ਅਤੇ ਗੌਰਮੈਂਟ ਉਹਨਾਂ ਨੂੰ ਹੀ ਪ੍ਰੋਡਿਊਸ ਕਰਨ ਦੇ ਲਈ ਅਲਾਓ ਕਰੂਗੀ। ਠੀਕ ਹੈ, ਥਰਡ ਹੈਗੀ ਮਿਕਸਡ ਇਕੋਨਮੀ। ਮਿਕਸਡ ਇਕੋਨਮੀ ਕਿਹਦੇ ਕੰਬੀਨੇਸ਼ਨ ਹੈ? ਸੈਂਟਰਲ ਪਲੈਨਡ ਇਕੋਨਮੀ ਔਰ ਮਾਰਕੀਟ ਇਕੋਨਮੀ ਦੀਆਂ ਫੀਚਰਸ ਇਹਦੇ 'ਚ ਐਡ ਕਰ ਲਈਆਂ ਗਈਆਂ ਔਰ ਜੋ ਦੋਨਾਂ ਇਕੋਨਮੀਜ਼ ਦੀਆਂ ਡੀਮੈਰਿਟ ਸੀਗੀਆਂ ਉਹਨਾਂ ਨੂੰ ਛੱਡ ਦਿੱਤਾ ਗਿਆ। ਤਾਂ ਉਹਦੇ ਅਕੋਰਡਿੰਗ ਇਹ ਜੋ ਤਿੰਨ ਪ੍ਰੋਬਲਮ ਵਟ, ਹਾਊ ਐਂਡ ਫॉर whom ਟੂ ਪ੍ਰੋਡਿਊਸ ਹੈ, ਉਹਦੇ ਲਈ ਇਸ ਮਿਕਸਡ ਇਕੋਨਮੀ ਦੇ ਵਿੱਚ ਪ੍ਰਾਈਸ ਮੈਕੈਨਿਜ਼ਮ ਲੈ ਲਿਆ ਗਿਆ ਅਤੇ ਨਾਲ ਵੈਲਫੇਅਰ ਨੂੰ ਵੀ ਲਿਆ ਗਿਆ। ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਪ੍ਰੋਬਲਮਸ ਦਾ ਸੋਲਿਊਸ਼ਨ ਕਰਨਾ ਤਾਂ ਅਸੀਂ ਉਹ ਪ੍ਰੋਡਕਟ ਬਣਾਵਾਂਗੇ ਜਿਨ੍ਹਾਂ ਦੇ ਨਾਲ ਵੈਲਫੇਅਰ ਵੀ ਹੋਵੇ ਐਜ਼ ਵੈਲ ਐਜ਼ ਕੀ ਹੋਵੇ, ਪ੍ਰੋਫਿਟ ਵੀ ਹੋਵੇ। ਠੀਕ ਹੈ, ਮੀਨਸ ਉਹ ਪ੍ਰੋਡਕਟ ਬਣਾਉਣੇ ਜਿਨ੍ਹਾਂ ਦੇ ਨਾਲ ਲੋਕਾਂ ਦੀ ਭਲਾਈ ਹੋਣ ਦੇ ਨਾਲ ਜੋ ਪ੍ਰੋਡਿਊਸਰ ਹੈ ਉਹਨੂੰ ਪ੍ਰੋਫਿਟ ਵੀ ਹੋਣਾ ਚਾਹੀਦਾ ਹੈ। ਠੀਕ ਹੈ।